ਦੇ ਲਈ ਚੈਲੰਜਿੰਗ ਇਹ ਵੀ ਹੋਏਗਾ ਕਿ ਜੇਕਰ 253 ਪੀਸੀਐਸ ਅਧਿਕਾਰੀਆਂ ਨੂੰ ਉਹ ਸਸਪੈਂਡ ਕਰ ਦਿੰਦੀ ਹੈ ਜਿਹੜੇ ਹੜਤਾਲ ਤੇ ਗਏ ਹੋਏ ਨੇ, ਤਾਂ ਫਿਰ ਸਰਕਾਰ ਦੇ ਲਈ ਇੱਕੋ ਦਮ ਇਹਨਾਂ ਦੀ ਥਾਂ ਤੇ ਪੂਰੇ ਸਟਰਕਚਰ ਨੂੰ ਮੇਨਟੇਨ ਕਰਨਾ किस तरीके पॉसिबल होएगा, उसके लिए सरकार दे कोल की कोई तैयारी हैगी है कि सरकार सैकेंडरी मूवमेंट जिहड़ा हैगा, सैकेंड स्टैप जिहड़ा हैगा उसनूं लैके कोई तैयारी कर रही है। यह भी अपने आप विच वेखण वाली गल होवेगी, क्योंकि जेकर लैजिस्लेचर और एग्जैक्टिव दे विचाले टकरा हैगा इस तरीके दा, ਤਾਂ ਐਗਜ਼ੈਕਟਿਵ ਦਾ ਸਸਪੈਂਡ ਕੀਤਾ ਜਾਣਾ, ਐਗਜ਼ੈਕਟਿਵ ਨੂੰ ਪੂਰੇ ਤਰੀਕੇ ਸਸਪੈਂਡ ਕਰ ਦੇਣਾ ਜਾਂ ਪੀਸੀਐਸ ਅਧਿਕਾਰੀਆਂ ਨੂੰ ਸਸਪੈਂਡ ਕਰ ਦੇਣਾ, ਕੀ ਇਹ ਮੁਮਕਿਨ ਹੋਏਗਾ ਸਰਕਾਰ ਦੇ ਲਈ? ਇਹ ਵੀ ਆਪਣੇ ਆਪ ਵਿੱਚ ਇੱਕ ਵੱਡਾ ਚੈਲੰਜ ਹੈ ਸਰਕਾਰ ਦੇ ਲਈ। ਸੋ ਇਸ ਵੇਲੇ ਫਿਲਹਾਲ ਵੇਖਣਾ ਹੋਏਗਾ ਕਿ ਪੀਸੀਐਸ ਅਧਿਕਾਰੀ 2 ਵਜੇ ਤੱਕ, ਜਿਸ ਤਰੀਕੇ ਹੁਣ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 2 ਵਜੇ ਤੱਕ ਉਹ ਜੁਆਇਨ ਨਹੀਂ ਕਰਨਗੇ। 1 ਘੰਟਾ ਜਿਹੜਾ ਹੈਗਾ ਤਕਰੀਬਨ ਰਹਿ ਗਿਆ ਹੈ ਔਰ 1 ਘੰਟੇ ਦੇ ਅੰਦਰ ਇਹ ਤਸਵੀਰ ਕਲੀਅਰ ਹੋ ਜਾਵੇਗੀ ਕਿ ਪੀਸੀਐਸ ਅਧਿਕਾਰੀ ਜੁਆਇਨ ਕਰ ਰਹੇ ਨੇ ਜਾਂ नहीं कर रहे ज्वाइन, ਇਹ ਬੜਾ ਕਲੀਅਰ ਹੋ ਜਾਵੇਗਾ। ਪੰਕਜ ਕਪਾਹੀ ਮੇਰੇ ਸਹਿਯੋਗੀ ਇਸ ਵੇਲੇ ਫੋਨ ਲਾਈਨ ਤੇ ਮੇਰੇ ਨਾਲ ਜੁੜ ਰਹੇ ਨੇ। ਪੰਕਜ, ਜਿਹੜਾ ਸਿਨੈਰੀਓ ਬਣਦਾ ਨਜ਼ਰ ਆ ਰਿਹਾ ਹੈ, ਪੀਸੀਐਸ ਐਸੋਸੀਏਸ਼ਨ ਕਹਿ ਰਹੀ ਹੈ ਕਿ ਅਸੀਂ ਜੁਆਇਨ ਨਹੀਂ ਕਰਾਂਗੇ। ਸੂਤਰਾਂ ਦੇ ਹਵਾਲੇ ਤੋਂ ਇਹ ਬਹੁਤ ਵੱਡੀ ਖਬਰ ਜਿਹੜੀ ਹੈਗੀ ਸਾਡੇ ਕੋਲ ਮਿਲੀ ਹੈ ਕਿ 2 ਵਜੇ ਤੱਕ ਜੁਆਇਨ ਨਹੀਂ ਕਰਾਂਗੇ। ਕੀ ਜਾਣਕਾਰੀ ਮਿਲ ਪਾ ਰਹੀ ਹੈ? देखो गगन, 1 घंटा बचा है, 12:50 हो चुके हैं। इस ਵੇਲੇ ਸੈਕਟਰੀਏਟ ਦੇ ਵਿੱਚ ਸੈਕੰਡ ਫਲੋਰ ਦੇ ਉੱਤੇ ਅਸੀਂ ਖੜੇ ਹਾਂ। ਇੱਥੇ ਮੀਟਿੰਗ ਜਿਹੜੀ ਹੈ ਉਹ ਪੀਸੀਐਸ ਅਧਿਕਾਰੀਆਂ ਦੀ ਚੱਲ ਰਹੀ ਹੈ ਔਰ तो बात क्लियर होएगी कि 2 बजे तक ज्वाइन किया जाता है या नहीं किया जाता है, क्योंकि इस वेले जो जानकारी मिल रही है कि जी जी पंकज सुन पा रहे हैं ਅਸੀਂ ਤੁਹਾਨੂੰ गगन, क्योंकि 2 बजे तक ये पिक्चर साफ होएगी, क्योंकि इस ਵੇਲੇ पीसीएस अधिकारी ਜਿਹੜੇ ਨੇ ਉਹ ਮੀਟਿੰਗ ਕਰ ਰਹੇ ਨੇ। ਇਸ ਵੇਲੇ ਸੈਕੰਡ ਫਲੋਰ ਦੇ ਵਿੱਚ ਅਸੀਂ ਮੌਜੂਦ ਹਾਂ ਔਰ ਇੱਥੇ ਮੀਟਿੰਗ ਜਿਹੜੀ ਹੈ ਉਹ ਵੇਨੂ ਪ੍ਰਤਾਪ ਹੋਰਾਂ ਦੇ ਨਾਲ ਜਿਹੜੇ ਮੁੱਖ ਮੰਤਰੀ ਦੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੇ ਨਾਲ ਇਸ ਵੇਲੇ ਚੱਲ ਰਹੀ ਹੈ ਔਰ ਮੀਟਿੰਗ ਦੇ ਵਿੱਚ ਕਾਫੀ ਹੱਦ ਤੱਕ ਗੱਲਬਾਤ ਜਿਹੜੀ ਹੈ ਉਹ ਚੱਲ ਰਹੀ ਹੈ। ਤਾਂ ਅਜਿਹੇ ਚ ਹੁਣ ਇਸ ਮੀਟਿੰਗ ਤੋਂ ਬਾਅਦ ਪਿਕਚਰ ਕਲੀਅਰ ਹੋਏਗੀ ਕਿ ਕਿਸ ਤਰੀਕੇ ਦੇ ਨਾਲ ਪੀਸੀਐਸ ਅਧਿਕਾਰੀ 2 ਵਜੇ ਤੱਕ ਡਿਊਟੀ ਤੇ ਆਉਂਦੇ ਨੇ ਜਾਂ ਨਹੀਂ ਆਉਂਦੇ ਨੇ, ਕਿਉਂਕਿ ਇਸ ਵੇਲੇ ਕਾਫੀ ਅਹਿਮ ਮੀਟਿੰਗ ਅਖੀਰਲੇ ਦੌਰ ਦੀ ਗਈ ਹੈ, ਕਿਉਂਕਿ 12:55 ਹੋ ਚੁੱਕੇ ਨੇ ਔਰ 1 ਘੰਟੇ ਦਾ ਸਮਾਂ ਬਚਿਆ ਔਰ ਅਗਰ ਅਗਲੇ ਅੱਧੇ ਘੰਟੇ ਦੇ ਵਿੱਚ ਪਿਕਚਰ ਸਾਫ਼ ਹੋ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਹੀ ਤਸਵੀਰ ਜਿਹੜੀ ਉਹ ਸਾਫ਼ ਹੋਵੇਗੀ ਕਿ ਸਹਿਮਤੀ ਬਣਦੀ ਹੈ ਜਾਂ ਸਹਿਮਤੀ ਨਹੀਂ ਬਣਦੀ। ਬਿਲਕੁਲ ਬਿਲਕੁਲ, ਇਹ ਮੀਟਿੰਗ ਜਿਹੜੀ ਹੈਗੀ ਹੈ ਵੇਣੂ ਗੋਪਾਲ ਦੇ ਨਾਲ ਚੱਲ ਰਹੀ ਹੈ ਔਰ ਜਿਹੜਾ ਇਹ ਪੂਰੇ ਦਾ ਪੂਰਾ ਸਿਨੈਰੀਓ ਹੈ ਪੰਕਜ, ਇਹ ਕਲੀਅਰ ਹੋ ਸਕਦਾ ਹੈ ਕਿ ਇਹ ਮੀਟਿੰਗ ਤੋਂ ਬਾਅਦ ਇਹ ਤੈਅ ਹੋਏਗਾ ਕਿ ਵਾਪਸ ਆਉਂਦੇ ਨੇ ਜਾਂ ਨਹੀਂ ਆਉਂਦੇ। ਪੰਕਜ, ਇਸ ਸਭ ਦੇ ਵਿਚਾਲੇ ਐਸੋਸੀਏਸ਼ਨ ਦੇ ਵੱਲੋਂ ਇੱਕ ਸੁਨੇਹਾ ਅਜਿਹਾ ਗਿਆ ਜਿਹੜੇ ਪੀਸੀਐਸ ਅਧਿਕਾਰੀ ਨੇ ਕਿ ਤੁਸੀਂ 2 ਵਜੇ ਤੱਕ ਜੁਆਇਨ ਨਹੀਂ ਕਰਨਾ। ਕੀ ਕੋਈ ਅਜਿਹੀ ਜਾਣਕਾਰੀ ਜਿਹੜਾ ਹੈਗਾ ਉਸ ਨੂੰ ਕਿਸ ਤਰੀਕੇ ਅਸੀਂ ਸਮਝੀਏ ਔਰ ਜਿਹੜੀ ਇਹ ਟੌਪ ਸੋਰਸਸ ਤੋਂ ਜਿਹੜੀ ਜਾਣਕਾਰੀ ਸਾਨੂੰ ਮਿਲੀ ਸੀਗੀ? ਦੇਖੋ, ਕਿਉਂਕਿ ਮੁੱਖ ਮੰਤਰੀ ਨੇ ਜੋ ਆਦੇਸ਼ ਜਾਰੀ ਕੀਤੇ ਨੇ ਉਹਨਾਂ ਆਦੇਸ਼ਾਂ ਨੂੰ ਦੇਖਿਆ ਜਾਵੇ ਤਾਂ ਉਹਨਾਂ ਨੇ ਕਲੀਅਰ ਕੱਟ ਕਰ ਦਿੱਤਾ ਹੈ ਕਿ ਅਗਰ 2 ਵਜੇ ਤੱਕ ਸ਼ਾਮਿਲ ਨਹੀਂ ਹੁੰਦੇ, 2 ਵਜੇ ਤੱਕ ਡਿਊਟੀ ਨਹੀਂ ਜੁਆਇਨ ਕਰਦੇ ਤਾਂ ਸਸਪੈਂਡ ਵੀ ਕੀਤਾ ਜਾਏਗਾ ਔਰ ਕਾਰਵਾਈ ਵੀ ਵੱਡੇ ਲੈਵਲ ਦੀ ਜਿਹੜੀ ਹੈ ਉਹਨਾਂ ਦੇ ਉੱਤੇ ਇਸ ਵੇਲੇ ਕੀਤੀ ਜਾਏਗੀ। ਔਰ ਦੂਜੇ ਪਾਸੇ ਪੀਸੀਐਸ ਅਧਿਕਾਰੀ ਕਿਉਂਕਿ ਇਸ ਵੇਲੇ ਮੀਟਿੰਗ ਕਰ ਰਹੇ ਨੇ, ਸੀਐਮਓ ਦੇ ਵਿੱਚ ਮੀਟਿੰਗ ਕੀਤੀ ਜਾ ਰਹੀ ਹੈ, ਕਾਫੀ ਅਹਿਮ ਮੀਟਿੰਗ ਹੈ, ਪਿਛਲੇ ਤਕਰੀਬਨ 20 ਮਿੰਟ ਤੋਂ ਇਹ ਮੀਟਿੰਗ ਜਿਹੜੀ ਉਹ ਚੱਲ ਰਹੀ ਹੈ। ਤਾਂ ਇਸ ਮੀਟਿੰਗ ਦੇ ਵਿੱਚ ਕਿਸ ਤਰੀਕੇ ਦੀ ਸਹਿਮਤੀ ਬਣਦੀ ਹੈ ਜਾਂ ਨਹੀਂ ਸਹਿਮਤੀ ਬਣਦੀ, ਉਸ ਤੋਂ ਬਾਅਦ ਹੀ ਇਹ ਕਹਿਣਾ ਹੋਏਗਾ ਕਿ 2 ਵਜੇ ਤੱਕ ਜੁਆਇਨ ਕਰਦੇ ਆ ਜਾਂ ਨਹੀਂ ਕਰਦੇ। ਅਗਰ ਮੀਟਿੰਗ ਦੇ ਵਿੱਚ, ਕਿਉਂਕਿ ਲਗਾਤਾਰ ਸੀਐਮ ਆਫਿਸ ਦੇ ਵੱਲੋਂ, ਮੁੱਖ ਮੰਤਰੀ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਮਾਨਦਾਰ ਅਧਿਕਾਰੀ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾਏਗਾ, ਲੇਕਿਨ ਅਗਰ ਕਿਸੇ ਨੇ ਕੋਈ ਕਰਪਸ਼ਨ ਕੀਤੀ ਹੈ, ਅਗਰ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਅਧਿਕਾਰੀ ਨੂੰ ਬਚਾਉਣ ਦੀ ਕੋਸ਼ਿਸ਼ ਕਰਪਸ਼ਨ ਦੇ ਵਿੱਚ ਕੋਈ ਅਧਿਕਾਰੀ ਕਰਦਾ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਬਲੈਕਮੇਲਿੰਗ ਬਰਦਾਸ਼ਤ ਨਹੀਂ ਕੀਤੀ ਜਾਏਗੀ। ਇਹ ਇੱਕ ਅਹਿਮ ਗੱਲ ਹੈ ਕਿ ਬਲੈਕਮੇਲਿੰਗ ਬਰਦਾਸ਼ਤ ਨਹੀਂ ਕੀਤੀ ਜਾਏਗੀ। ਬਲੈਕਮੇਲ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਪੀਸੀਐਸ ਐਸੋਸੀਏਸ਼ਨ ਵੱਲੋਂ ਸਰਕਾਰ ਨੂੰ ਕੀਤੀ ਜਾ ਰਹੀ ਹੈ। ਇੰਨੀ ਸਖਤ ਚੇਤਾਵਨੀ ਜਿਹੜੀ ਹੈ ਉਹ ਦਿੱਤੀ ਗਈ ਹੈ। ਥੋੜੀ ਦੇਰ ਪਹਿਲਾਂ ਜਦੋਂ ਚੀਫ ਸੈਕਟਰੀ ਜੱਜੂਆ ਹੋਰਾਂ ਦੇ ਨਾਲ ਗੱਲਬਾਤ ਕੀਤੀ ਸੀ, ਉਹਨਾਂ ਨੇ ਸਾਫ਼ ਕਰ ਦਿੱਤਾ ਸੀਗਾ ਕਿ ਮੁੱਖ ਮੰਤਰੀ ਕੋਈ ਮੀਟਿੰਗ ਜਿਹੜੀ ਹੈ ਉਹ ਨਹੀਂ ਕਰਨਗੇ। ਤਾਂ ਦੂਜੇ ਪਾਸੇ ਹੁਣ ਜਿਹੜੀ ਮੀਟਿੰਗ ਹੈ ਸੀਐਮਓ ਦਫ਼ਤਰ ਦੇ ਵਿੱਚ ਜਿਹੜੇ ਅਧਿਕਾਰੀ ਲੈਵਲ ਤੇ ਉਹ ਮੀਟਿੰਗ ਇਸ ਵੇਲੇ ਚੱਲ ਰਹੀ ਹੈ ਔਰ ਅਗਲੇ ਕੁਝ ਹੀ ਮਿੰਟ ਦੇ ਵਿੱਚ ਤਸਵੀਰ ਸਾਫ਼ ਹੋਏਗੀ, ਕਿਉਂਕਿ ਸੀਐਮਓ ਵੱਲੋਂ ਜਿਹੜੀ ਜਾਣਕਾਰੀ ਮਿਲੀ ਹੈ ਸ਼ਾਂਤ ਮਾਹੌਲ ਦੇ ਵਿੱਚ ਇਹ ਮੀਟਿੰਗ ਜਿਹੜੀ ਉਹ ਚੱਲ ਰਹੀ ਹੈ। ਸਹਿਮਤੀ ਬੰਦੀ ਹੋਈ ਨਜ਼ਰ ਵੀ ਆ ਰਹੀ ਹੈ, ਲੇਕਿਨ ਜਿਸ ਤਰੀਕੇ ਨਾਲ ਪੀਸੀਐਸ ਦੇ ਅਧਿਕਾਰੀ ਕਹਿ ਰਹੇ ਨੇ ਕਿ ਅਧਿਕਾਰੀਆਂ ਦੇ ਉੱਤੇ ਕਾਰਵਾਈ ਨਾ ਹੋਵੇ, ਦੂਜੇ ਪਾਸੇ ਸਰਕਾਰ ਇਹ ਕਹਿ ਰਹੀ ਹੈ ਕਿ ਕਰਪਟ ਅਧਿਕਾਰੀਆਂ ਦੇ ਉੱਤੇ ਕਾਰਵਾਈ ਹੋਏਗੀ, ਇਮਾਨਦਾਰ ਅਧਿਕਾਰੀਆਂ ਨੂੰ ਤੰਗ ਨਹੀਂ ਕੀਤਾ ਜਾਏਗਾ। ਤਾਂ ਕਿਸ ਤਰੀਕੇ ਨਾਲ ਗੱਲਬਾਤ ਦੇ ਉੱਤੇ ਸਹਿਮਤੀ ਬਣਦੀ ਹੈ, ਇਹ ਅਗਲੇ ਕੁਝ ਹੀ ਮਿੰਟ ਦੇ ਵਿੱਚ ਗਗਨ ਪਿਕਚਰ ਜਿਹੜੀ ਉਹ ਸਾਫ਼ ਹੋਏਗੀ। जी पंकज, बहुत बहुत शुक्रिया इस तमाम जानकारी के लिए। पंकज कपाही मेरे सहयोगी जानकारी दे रहे सन और जिस तरीके पूरी तस्वीर सामने आ रही है वेणु प्रसाद के नाल
ਮੀਟਿੰਗ ਚੱਲ ਰਹੀ ਹੈ ਪੀਸੀਐਸ ਅਧਿਕਾਰੀਆਂ ਦੀ ਐਸੋਸੀਏਸ਼ਨ ਦੀ, ਔਰ ਇਸ ਸਭ ਦੇ ਵਿਚਾਲੇ ਹੁਣ ਨਜ਼ਰ ਇਸ ਗੱਲ ਤੇ ਹੈ ਕਿ ਕੀ 2 ਵਜੇ ਪੀਸੀਐਸ ਅਧਿਕਾਰੀ ਵਾਪਸ ਡਿਊਟੀ ਤੇ ਪਰਤਦੇ ਨੇ, ਜੁਆਇਨ ਕਰਦੇ ਨੇ ਜਾਂ ਨਹੀਂ ਕਰਦੇ। ਅਰਸ਼, ਇਹ ਸਿਨੈਰੀਓ ਜਿਹੜਾ ਬਣਦਾ ਨਜ਼ਰ ਆ ਰਿਹਾ ਹੈ, ਟਕਰਾਅ ਜਿਹੜਾ ਹੈਗਾ ਇੱਕ ਲੈਜਿਸਲੇਚਰ ਔਰ ਐਗਜ਼ੈਕਟਿਵ ਦੇ ਵਿਚਾਲੇ, ਜਿਸ ਦੀ ਅਸੀਂ ਲਗਾਤਾਰ ਗੱਲ ਕਰ ਰਹੇ ਕਿ ਡੈਮੋਕ੍ਰੈਟਿਕ ਸਟਰਕਚਰ ਜਿਹੜਾ ਹੈਗਾ ਉਸ ਦੇ ਵਿੱਚ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਦੇ ਵਿਚਾਲੇ ਇਸ ਤਰੀਕੇ ਦਾ ਟਸਲ, ਇਸ ਨੂੰ ਹੁਣ 2 ਵਜੇ ਤੱਕ ਦਾ ਵਕਤ ਔਰ 1 ਘੰਟੇ ਤੋਂ ਵੀ ਘੱਟ ਵਕਤ ਰਹਿ ਗਿਆ ਜਦੋਂ ਇਹ ਕਲੀਅਰ ਹੋ ਜਾਵੇਗਾ ਕਿ ਤਸਵੀਰ ਕਿਸ ਤਰੀਕੇ ਦੀ ਸਾਹਮਣੇ ਆਵੇਗੀ। ਬਿਲਕੁਲ, ਸਵਾਲ ਬਹੁਤ ਵੱਡਾ ਹੈ ਕਿ ਕੀ 2 ਵਜੇ ਜਿਹੜੇ ਅਧਿਕਾਰੀ ਨੇ, ਪੀਸੀਐਸ ਅਫਸਰ ਨੇ, ਉਹ ਦਫ਼ਤਰਾਂ ਦੇ ਵਿੱਚ ਪਹੁੰਚਦੇ ਨੇ, ਡਿਊਟੀ ਤੇ ਜੁਆਇਨ ਕਰਦੇ ਨੇ ਜਾਂ ਨਹੀਂ, ਇਹ ਵੇਖਣ ਵਾਲੀ ਗੱਲ ਹੈ। ਸਵਾਲ ਇਸ ਵੇਲੇ ਬਣਿਆ ਹੋਇਆ, ਹਾਲਾਂਕਿ ਸੋਰਸਸ ਤੋਂ, ਜਿਵੇਂ ਸਾਡੇ ਸਹਿਯੋਗੀ ਗੌਰਵ ਸ਼ੁਕਲਾ ਪਹਿਲਾਂ ਜਾਣਕਾਰੀ ਦੇ ਰਹੇ ਸੀ ਕਿ ਹੁਣ ਤੱਕ ਜੋ ਸੋਰਸਸ ਦੇ ਥਰੂ ਉਹਨਾਂ ਦੇ ਕੋਲ ਇਨਫੋਰਮੇਸ਼ਨ ਹੈ ਕਿ ਪੀਸੀਐਸ ਅਧਿਕਾਰੀ ਇਸੇ ਤਰੀਕੇ ਨਾਲ ਹੜਤਾਲ ਤੇ ਬਣੇ ਰਹਿਣਗੇ, ਡਿਊਟੀ ਜੁਆਇਨ ਨਹੀਂ ਕਰਨਗੇ। ਤਾਂ ਅਜਿਹੇ ਦੇ ਵਿੱਚ ਕੀ ਸਿਚੁਏਸ਼ਨ ਬਣਦੀ ਹੈ ਜੇ 2 ਵਜੇ ਅਧਿਕਾਰੀ ਆਪਣੀ ਡਿਊਟੀ ਜੁਆਇਨ ਨਹੀਂ ਕਰਦੇ? ਕੀ ਉਹਨਾਂ ਨੂੰ ਹੋਰ ਸਮਾਂ ਦਿੱਤਾ ਜਾਵੇਗਾ? ਕੀ ਉਹਨਾਂ ਨੂੰ 2 ਵਜੇ ਤੋਂ ਬਾਅਦ ਵੀ ਸਮਾਂ ਦਿੱਤਾ ਜਾਵੇਗਾ? ਕੀ ਜਿਹੜੀ ਮੀਟਿੰਗ ਚੱਲ ਰਹੀ ਹੈ ਉਸ ਦੇ ਵਿੱਚ ਕੋਈ ਹੱਲ ਅੱਜ ਨਿਕਲਦਾ ਨਜ਼ਰ ਆਏਗਾ? ਕਿਉਂਕਿ ਮੁੱਖ ਮੰਤਰੀ ਦੇ ਵੱਲੋਂ ਸਖਤ ਲਫ਼ਜ਼ਾਂ ਦੇ ਵਿੱਚ ਇਹ ਨਿਰਦੇਸ਼ ਦਿੱਤੇ ਗਏ ਨੇ ਕਿ ਜੇ 2 ਵਜੇ ਤੱਕ ਅਫਸਰ ਡਿਊਟੀ ਤੇ ਨਹੀਂ ਵਾਪਸ ਆਉਂਦੇ ਤਾਂ ਫਿਰ ਉਹਨਾਂ ਨੂੰ ਐਕਸ਼ਨ ਦਾ ਸਾਹਮਣਾ ਕਰਨਾ ਪਏਗਾ, ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਏਗਾ। ਇੱਥੋਂ ਤੱਕ ਕਹਿ ਦਿੱਤਾ ਗਿਆ ਹੈ ਕਿ ਉਹਨਾਂ ਦੀ ਜਿਹੜੀ ਨੌਕਰੀ ਹੈ ਉਸ ਦੇ ਵਿੱਚ ਇੱਕ ਤਰੀਕੇ ਦੇ ਨਾਲ ਉਸ ਨੂੰ ਬ੍ਰੇਕ ਮੰਨਿਆ ਜਾਏਗਾ। ਤਾਂ ਇਹ ਬਹੁਤ ਹੀ ਸਖਤ ਨਿਰਦੇਸ਼ ਇਸ ਤਰੀਕੇ ਦੇ, ਗਗਨ, ਸ਼ਾਇਦ ਪਹਿਲੀ ਵਾਰੀ ਅਜਿਹੇ ਨਿਰਦੇਸ਼ ਵੇਖਣ ਨੂੰ ਮਿਲ ਰਹੇ ਨੇ। ਬਿਲਕੁਲ, ਇਹ ਸਖਤੀ ਦੇਖੋ ਜ਼ਰੂਰੀ ਕਿਉਂ ਹੈ? 2-3 ਦਿਨ ਹੋ ਗਏ ਕਿ ਕੰਮਕਾਜ ਨਹੀਂ ਹੋ ਰਿਹਾ, ਵੱਖ-ਵੱਖ ਥਾਵਾਂ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ, ਦਫ਼ਤਰ ਖਾਲੀ ਪਏ ਨੇ। ਔਰ ਦਫ਼ਤਰ ਖਾਲੀ ਹੋਣ ਦਾ ਮਤਲਬ ਸਿਰਫ ਦਫ਼ਤਰ ਖਾਲੀ ਨਹੀਂ ਹੁੰਦਾ, ਉਸ ਦਾ ਮਤਲਬ ਲੋਕਾਂ ਦੇ ਵਿਚਾਲੇ ਮੈਸੇਜ ਕੀ ਜਾਂਦਾ ਹੈ? ਲੋਕਾਂ ਦੇ ਵਿਚਾਲੇ ਮੈਸੇਜ ਜਾਂਦਾ ਹੈ ਕਿ ਅਧਿਕਾਰੀ ਕੰਮ ਤੇ ਨਹੀਂ ਆ ਰਹੇ, ਸਰਕਾਰ ਦੇ ਨਾਲ ਇਹਨਾਂ ਦੀ ਟਸਲ ਜਿਹੜੀ ਵੀ ਚੱਲ ਰਹੀ ਹੋਵੇ ਪਰ ਲੋਕਾਂ ਦੇ ਕੰਮ ਨਹੀਂ ਹੁੰਦੇ। ਲੋਕਾਂ ਦੇ ਵਿਚਾਲੇ ਇੱਕ ਮੈਸੇਜ ਜਿਹੜਾ ਹੈਗਾ ਉਹ ਨੈਗੇਟਿਵ ਮੈਸੇਜ ਜਾਂਦਾ ਹੈ। ਸੋ ਸਰਕਾਰ ਦੇ ਲਈ ਵੀ ਇੱਕ ਪ੍ਰੈਸ਼ਰ ਜਿਹੜਾ ਹੈਗਾ ਉਹ ਬਣ ਰਿਹਾ ਸੀਗਾ ਕਿ ਇਸ ਤੇ ਐਕਸ਼ਨ ਲਿਆ ਜਾਵੇ, ਔਰ ਐਕਸ਼ਨ ਜਿਹੜਾ ਹੈਗਾ ਫਾਈਨਲੀ ਲਿਆ ਗਿਆ। ਔਰ ਇਹ ਐਕਸ਼ਨ ਜਿਹੜਾ ਹੈਗਾ ਸਰਕਾਰ ਦਾ ਜਿਹੜਾ ਲੈਟਰ ਹੈ, ਜਿਹੜਾ ਚੀਫ ਸੈਕਟਰੀ ਨੇ ਜਾਰੀ ਕੀਤਾ ਹੈ, ਉਸ ਨੂੰ ਜੇਕਰ ਅਸੀਂ ਸਮਝੀਏ, ਉਸ ਦੇ ਵਿੱਚ ਬੜਾ ਕਲੀਅਰ ਲਿਖਿਆ ਹੋਣਾ ਹੈ ਕਿ ਤੁਸੀਂ ਲੇਬਰ ਨਹੀਂ ਹੋ ਜਿਹੜੇ ਯੂਨੀਅਨ ਬਣਾ ਕੇ ਇਸ ਤਰੀਕੇ ਆਪਣੀ ਹੜਤਾਲ ਕਰਨੀ ਸ਼ੁਰੂ ਕਰ ਦੋ ਜਾਂ ਮੰਗਾਂ ਦੇ ਲਈ ਜਾਣਾ ਸ਼ੁਰੂ ਕਰ ਦੋ। ਤੁਸੀਂ ਸਿਲੈਕਟਡ ਆਫੀਸਰਸ ਹੋ। ਸਿਲੈਕਟਡ ਆਫੀਸਰਸ ਜਿਹੜੇ ਸਟੇਟ ਲੈਵਲ ਤੇ ਸਿਲੈਕਟ ਹੁੰਦੇ ਨੇ, ਬੜਾ ਕ੍ਰੀਮੀ ਲੇਅਰ ਇਸ ਨੂੰ ਮੰਨਿਆ ਜਾਂਦਾ ਹੈ, ਕ੍ਰੀਮੀ ਲੇਅਰ ਜੌਬ ਹੁੰਦੀ ਹੈ। ਔਰ ਕ੍ਰੀਮੀ ਲੇਅਰ ਦੇ ਆਫੀਸਰਸ ਜਿਨ੍ਹਾਂ ਨੇ ਸਰਕਾਰ ਦੇ ਫੈਸਲੇ ਜਿਹੜੇ ਨੇ ਉਹਨਾਂ ਨੂੰ ਐਗਜ਼ੀਕਿਊਟ ਕਰਨਾ ਹੈ। ਐਗਜ਼ੈਕਟਿਵ ਇਸੇ ਕਰਕੇ ਇਸ ਨੂੰ ਕਹਿੰਦੇ ਨੇ ਕਿਉਂਕਿ ਐਗਜ਼ੀਕਿਊਟ ਕਰਦਾ, ਜਿਹੜਾ ਲੈਜਿਸਲੇਚਰ ਫੈਸਲੇ ਕਰਦਾ ਉਸ ਨੂੰ ਐਗਜ਼ੀਕਿਊਸ਼ਨ ਕਰਦੇ ਨੇ। ਔਰ ਜੇਕਰ ਇਹ ਇਸ ਤਰੀਕੇ ਹੜਤਾਲ ਤੇ ਜਾਣਗੇ, ਮਾਸ ਲੀਵ ਤੇ ਜਾਣਗੇ, ਤਾਂ ਸਰਕਾਰ ਦੇ ਲਈ ਚੈਲੰਜਿੰਗ ਪੋਜੀਸ਼ਨ ਹੋ ਜਾਵੇਗੀ। ਤੇ ਇਸੇ ਕਰਕੇ ਕਿਤੇ ਨਾ ਕਿਤੇ ਜਿਹੜੇ ਲੋਕ ਨੇ, ਆਮ ਲੋਕ ਨੇ ਜੋ ਦਫ਼ਤਰਾਂ 'ਚ ਜਾ ਰਹੇ ਨੇ ਤੇ ਜਿਨ੍ਹਾਂ ਨੂੰ ਤਾਲੇ ਲੱਗੇ ਨਜ਼ਰ ਆ ਰਹੇ ਨੇ, ਜਿਨ੍ਹਾਂ ਨੂੰ ਅਫਸਰ ਮਿਲ ਨਹੀਂ ਰਹੇ ਆਪਣੇ ਕੰਮਕਾਜ ਦੇ ਲਈ, ਤਾਂ ਲੋਕ ਇਸ ਐਕਸ਼ਨ ਦੀ ਤਾਰੀਫ ਵੀ ਕਰ ਰਹੇ ਨੇ। ਉਹ ਕਹਿ ਰਹੇ ਨੇ ਕਿ ਹਾਂ, ਅਜਿਹਾ ਹੀ ਐਕਸ਼ਨ ਹੋਣਾ ਚਾਹੀਦਾ। ਬਿਲਕੁਲ, ਦੇਖੋ ਲੋਕ ਬੜੇ ਲੋਕਲ, ਜਿਹੜਾ ਇੱਕ ਬੜਾ ਸਥਾਨਕ ਪੱਧਰ ਤੇ ਜਿਹੜੇ ਲੋਕ ਜਾਂਦੇ ਨੇ ਉਹ ਕਿੰਨੀ ਦੂਰੋਂ ਆਉਂਦੇ ਨੇ। ਮੋਹਾਲੀ ਦੀ ਤਸਵੀਰ ਅਸੀਂ ਦਿਖਾ ਰਹੇ ਸੀਗੇ, ਮੇਰੇ ਸਹਿਯੋਗੀ ਮਨੋਜ ਉੱਥੇ ਮੌਜੂਦ ਸੀਗੇ। ਮੋਰਿੰਡਾ ਤੋਂ ਕੋਈ ਸ਼ਖਸ ਆਇਆ, ਕੰਮ ਕਰਾਉਣ ਲਈ ਆਇਆ, ਉਸ ਨੂੰ ਉੱਥੇ ਆ ਕੇ ਪਤਾ ਲੱਗਦਾ ਹੈ ਕਿ ਇੱਥੇ ਤਾਂ ਹੀ ਤਾਲੇ ਲੱਗੇ ਹੋਏ ਆ, ਇੱਥੇ ਤਾਂ ਛੁੱਟੀ ਹੈ। ਨਾ ਤਾਂ ਲੋਕਾਂ ਕੋਲੇ ਇਨਫੋਰਮੇਸ਼ਨ ਜਿਹੜੀ ਸੀਗੀ ਉਹ ਸਿੱਧੇ ਤਰੀਕੇ ਦੀ, ਕਿਉਂਕਿ ਇੱਕੋ ਦਮ ਐਲਾਨ ਕਰ ਦਿੱਤਾ ਗਿਆ ਕਿ ਅਸੀਂ ਮਾਸ ਲੀਵ ਤੇ ਜਾ ਰਹੇ ਹਾਂ। ਫਿਰ ਮਾਸ ਲੀਵ ਤੇ ਜਾਣ ਤੋਂ ਬਾਅਦ ਤੁਹਾਡਾ ਕੋਈ ਸੈਕੰਡਰੀ ਆਪਸ਼ਨ ਨਹੀਂ ਹੈਗਾ ਉੱਥੇ। ਦਫ਼ਤਰਾਂ ਤੇ ਤਾਲੇ ਲਾ ਦੇਣਾ, ਜਿਹੜੇ ਲੋਕ ਦੂਰੋਂ ਕੰਮ ਕਰਾਉਣ ਲਈ ਆ ਰਹੇ ਨੇ ਉਹਨਾਂ ਨੂੰ ਤਾਂ ਦਿੱਕਤਾਂ ਝੱਲਣੀਆਂ ਪੈ ਰਹੀਆਂ ਨੇ। ਹੁਣ ਦੂਰੋਂ ਜੇ ਕੋਈ ਸ਼ਖਸ ਜਿਹੜਾ ਹੈਗਾ, ਸਥਾਨਕ ਪੱਧਰ ਤੇ ਅਸੀਂ ਅਕਸਰ ਦੇਖਦੇ ਹਾਂ ਕਿ ਸਰਕਾਰੀ ਦਫ਼ਤਰਾਂ ਵਿੱਚ ਜੇਕਰ ਕੋਈ ਕੰਮ ਕਰਾਉਣ ਲਈ ਜਾਂਦਾ ਹੈ ਤਾਂ ਉਹ ਬੱਸਾਂ ਵਿੱਚ ਬਹਿ ਕੇ ਸਫ਼ਰ ਕਰਕੇ ਆਏਗਾ, ਉਹ ਪੂਰਾ ਦਿਨ ਆਪਣਾ ਇੱਕ ਖਰਚ ਕਰਦਾ ਹੈ। ਕਈ ਲੋਕ ਅਜਿਹੇ ਹੁੰਦੇ ਨੇ ਜਿਹੜੇ ਆਪਣੇ ਕੰਮਕਾਜ ਤੋਂ ਛੁੱਟੀ ਲੈ ਕੇ ਸਿਰਫ ਇਸੇ ਕੰਮ ਲਈ ਆਉਂਦੇ ਨੇ ਕਿ ਸਰਕਾਰੀ ਦਫ਼ਤਰ ਜਾ ਕੇ ਅਸੀਂ ਕੰਮ ਕਰਾਉਣਾ, ਪੂਰਾ ਦਿਨ ਉੱਥੇ ਲੱਗ ਜਾਣਾ ਹੈ। ਲੋਕ ਇਹ ਸੋਚ ਕੇ ਆਉਂਦੇ ਨੇ, ਮਾਈਂਡ ਮੇਕਅਪ ਕਰਕੇ ਆਉਂਦੇ ਨੇ, ਔਰ ਸਰਕਾਰੀ ਦਫ਼ਤਰ ਜਾ ਕੇ ਉਹਨਾਂ ਨੂੰ ਪਤਾ ਲੱਗੇ ਕਿ ਅੱਗੇ ਤਾਂ ਅਧਿਕਾਰੀ ਨਹੀਂ ਬੈਠੇ, ਇਸ ਕਰਕੇ ਕੰਮ ਨਹੀਂ ਹੋ ਰਿਹਾ। ਸੋ ਇੱਕ ਨੈਗੇਟਿਵ ਮੈਸੇਜ ਕਿਤੇ ਨਾ ਕਿਤੇ ਜਾਂਦਾ ਹੈ। ਔਰ ਉਸ ਸਭ ਦੇ ਵਿਚਾਲੇ ਇਹ ਐਕਸ਼ਨ ਜਿਹੜਾ ਹੈਗਾ ਉਹ ਜ਼ਰੂਰੀ ਸੀਗਾ। ਔਰ ਇਸ ਸਭ ਦੇ ਵਿਚਾਲੇ ਪੀਸੀਐਸ ਅਧਿਕਾਰੀਆਂ ਦੀ ਜਿਹੜੀ ਸੀਐਮਓ ਦੇ ਵਿੱਚ ਵਿਨੂ ਪ੍ਰਸਾਦ ਦੇ ਨਾਲ ਜਿਹੜੀ ਮੀਟਿੰਗ ਚੱਲ ਰਹੀ ਹੈ ਉਹ ਵੀ ਲਗਾਤਾਰ ਜਾਰੀ ਹੈ। ਸੋ ਇਸ ਮੀਟਿੰਗ ਤੋਂ ਬਾਅਦ ਵੀ ਬਹੁਤ ਕੁਝ ਨਿਕਲ ਕੇ ਸਾਹਮਣੇ ਆ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿਉਂਕਿ ਜੇਕਰ ਵੀਕੇ ਜੰਜੂਆ ਦੀ ਗੱਲਬਾਤ ਤੋਂ ਅਸੀਂ ਧਿਆਨ ਨਾਲ ਸੁਣੀਏ ਤਾਂ ਵੀਕੇ ਜੰਜੂਆ ਨੂੰ ਵੀ ਇਹ ਪੁੱਛਿਆ ਗਿਆ ਸੀਗਾ ਕਿ ਤੁਸੀਂ ਐਕਸ਼ਨ ਲਓਗੇ। ਵੀਕੇ ਜੰਜੂਆ ਨੇ ਕਿਹਾ ਕਿ ਸ਼ਾਇਦ ਇਸ ਦੀ ਨੌਬਤ ਨਹੀਂ ਆਵੇਗੀ। ਸਾਡੇ ਪੀਸੀਐਸ ਅਧਿਕਾਰੀ ਬੜੇ ਸਿਆਣੇ ਨੇ ਕਿਉਂਕਿ ਸਿਲੈਕਟਡ ਕ੍ਰੀਮੀ ਲੇਅਰ ਹੈ ਨਾ, ਚੁਣ ਕੇ ਆਈ ਹੈ, ਕੋਈ ਇਹ ਤਾਂ ਹੈ ਨਹੀਂ ਕਿ ਸਿੱਧਾ ਭਰਤੀ ਕਰਤੇ ਗਏ ਨੇ, ਇੱਕ ਲੈਵਲ ਤੇ ਜਿਹੜਾ ਹੈਗਾ ਸਿਲੈਕਟ ਹੋ ਕੇ ਆਏ ਨੇ। ਸੋ ਹੋ ਸਕਦਾ ਹੈ ਕਨਫਲਿਕਟ ਹੋ ਸਕਦੇ ਨੇ, ਪਰ ਜਦੋਂ ਗੱਲਬਾਤ ਹੋਏਗੀ ਤਾਂ ਹੋ ਸਕਦਾ ਉਹ ਕਨਫਲਿਕਟ ਦੂਰ ਹੋਣ ਔਰ ਇਸ ਮੀਟਿੰਗ ਤੋਂ ਬਾਅਦ ਕੁਝ ਪੋਜ਼ਿਟਿਵ ਨਿਕਲ ਕੇ ਸਾਹਮਣੇ ਆਏ। ਪਰ
ਫਿਲਹਾਲ ਦੀ ਘੜੀ ਇਹ ਕਲੀਅਰ ਹੈਗਾ, ਜਿਸ ਤਰੀਕੇ ਗੌਰਵ ਦੱਸ ਰਹੇ ਸੀਗੇ 2 ਵਜੇ ਜੁਆਇਨਿੰਗ ਨਹੀਂ ਹੋਣ ਵਾਲੀ, 2 ਵਜੇ ਜੁਆਇਨ ਨਹੀਂ ਕਰਨਗੇ ਡਿਊਟੀ, ਇਹ ਬੜਾ ਕਲੀਅਰ ਹੈ। ਬਿਲਕੁਲ, ਤਾਂ ਸਵਾਲ ਉਸ ਦੇ ਨਾਲ ਇਹ ਵੀ ਬਣਦਾ ਹੈ ਗਗਨ ਕਿ ਜੇ 2 ਵਜੇ ਜੁਆਇਨ ਨਹੀਂ ਕਰਦੇ ਡਿਊਟੀ ਤਾਂ ਸਰਕਾਰ ਉਸ ਮਾਮਲੇ ਦੇ ਵਿੱਚ, ਉਸ ਸਥਿਤੀ ਦੇ ਵਿੱਚ ਕੀ ਸਸਪੈਂਡ ਕਰ ਦੇਗੀ ਸਾਰਿਆਂ ਨੂੰ, ਜਾਂ ਕੋਈ ਹੋਰ ਸਮਾਂ ਦਿੱਤਾ ਜਾਏਗਾ, ਜਾਂ ਜਿਹੜੀ ਮੀਟਿੰਗ ਹੈ ਉਸ ਦੇ ਵਿੱਚ ਕੋਈ ਹੋਰ ਹੱਲ ਅਸੀਂ ਕਹਿ ਸਕਦੇ ਹਾਂ ਕਿ ਕੋਈ ਹੋਰ ਰਸਤਾ ਇਸ ਦੇ ਵਿੱਚ ਕੱਢਿਆ ਜਾਵੇਗਾ? ਇਹ ਵੱਡਾ ਸਵਾਲ ਇਸ ਵੇਲੇ ਬਣਿਆ ਹੋਇਆ। ਦੇਖੋ, ਸਰਕਾਰ ਦਾ ਆਰਡਰ ਤਾਂ ਬੜਾ ਸਖਤ ਹੈ, ਉਸ ਆਰਡਰ ਨੂੰ ਜੇਕਰ ਵਰਡ ਬਾਈ ਵਰਡ ਪੜੀਏ ਤਾਂ ਉਸ ਦੇ ਵਿੱਚ ਸਖਤ लैंग्वेज भी सख्त है और सख्ती क्लियर कट नजर भी आ रही है। डाइज जोन बनने जाएगा, ब्रेक इन सर्विस बनने जाएगा, क्लियर कट लिख दिता गया उसके विच, ते सस्पेंशन का भी लिखा गया है, इस दे नाल दी टाइमिंग भी लिख दी गई है, हड़ताल जिहड़ी है गैर कानूनी करार दी गई है। पर सरकार दे लई भी देखो एक चैलेंजिंग पोजीशन है 253 पीसीएस अधिकारी ने, 253 पीसीएस ਨੂੰ ਜੇਕਰ ਤੁਸੀਂ ਐਟ ਅ ਟਾਈਮ ਸਸਪੈਂਡ ਕਰਦੇ ਹੋ ਤਾਂ ਸਸਪੈਂਸ਼ਨ ਤੋਂ ਬਾਅਦ ਸੈਕੰਡ ਆਪਸ਼ਨ ਕੀ ਹੈ? ਉਹਨਾਂ ਦੀ ਪੋਜੀਸ਼ਨ ਕੌਣ ਸੰਭੇਗਾ? ਇਹ ਵੀ ਆਪਣੇ ਆਪ ਵਿੱਚ ਉਨਾ ਹੀ ਵੱਡਾ ਸਵਾਲ ਹੈ। ਕਿਤੇ ਨਾ ਕਿਤੇ ਕੋਸ਼ਿਸ਼ ਸ਼ਾਇਦ ਗਗਨ ਇਹ ਵੀ ਹੈ ਕਿ ਭਾਵੇਂ ਐਸੋਸੀਏਸ਼ਨ ਹੈ ਜਾਂ ਉਹਨਾਂ ਨੇ ਫੈਸਲਾ ਕੀਤਾ ਹੋਇਆ ਹੈ, ਲੇਕਿਨ ਜਦ ਅਜਿਹਾ ਕੋਈ ਸਖਤ ਫੈਸਲਾ ਜਾਂ ਅਜਿਹੇ ਸਖਤ ਨਿਰਦੇਸ਼ ਆਉਣਗੇ ਤਾਂ ਹੋ ਸਕਦਾ ਕਿ ਪੀਸੀਐਸ ਅਧਿਕਾਰੀ ਖੁਦ ਹੀ ਡਿਊਟੀ ਤੇ ਪਹੁੰਚ ਜਾਣ। ਬਿਲਕੁਲ, ਕਿਉਂਕਿ ਇਹ ਉਹਨਾਂ ਦੇ ਲਈ ਵੀ ਕੈਰੀਅਰ ਦੇ ਵਿੱਚ ਇੱਕ ਏਸੀਆਰ, ਜਿਹਨੂੰ ਅਸੀਂ ਐਨੂਅਲ ਕੌਨਫੀਡੈਂਸ਼ੀਅਲ ਰਿਪੋਰਟ ਕਹਿੰਦੇ ਆ, ਸਰਵਿਸ ਬੁੱਕ ਜਿਸ ਨੂੰ ਕਿਹਾ ਜਾਂਦਾ ਹੈ, ਜਿਸ ਦੇ ਵਿੱਚ ਪੂਰਾ ਲੇਖਾ ਜੋਖਾ ਹੁੰਦਾ ਹੈ ਸਰਵਿਸ ਦਾ, ਉਹਨਾਂ ਦੇ ਲਈ ਵੀ ਇਹ ਸਵਾਲੀਆ ਨਿਸ਼ਾਨ ਹੋ ਜਾਂਦਾ ਹੈ ਕਿ ਤੁਹਾਡੀ ਸਰਵਿਸ ਤੇ ਇੱਕ ਸਵਾਲੀਆ ਨਿਸ਼ਾਨ ਲੱਗ ਗਿਆ ਕਿ ਕਿਤੇ ਨਾ ਕਿਤੇ ਤੁਸੀਂ ਇਹਨਾਂ ਦਿਨਾਂ ਦੇ ਲਈ ਕੋਈ ਅਜਿਹਾ ਕੰਮ ਕੀਤਾ ਜਿਹੜਾ ਤੁਹਾਡੇ ਤੋਂ ਐਕਸਪੈਕਟਡ ਨਹੀਂ ਸੀਗਾ, ਬਤੌਰ ਅਧਿਕਾਰੀ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਕੀਤੀ ਜਾਂਦੀ, ਤੁਸੀਂ ਅਜਿਹਾ ਕੰਮ ਕੀਤਾ। ਸੋ ਇਹ ਜਦੋਂ ਕੁਐਸਚਨ ਮਾਰਕ ਲੱਗਿਆ ਤਾਂ ਉਹਨਾਂ ਦੇ ਲਈ ਫਿਰ ਇਸ ਦਾ ਜਵਾਬ ਦੇਣਾ ਔਖਾ ਹੋਏਗਾ। ਔਰ ਲਾਸਟ ਤੱਕ ਜਿਹੜਾ ਹੈਗਾ ਉਹ ਜਾਂਦਾ ਹੈ, ਉਹ ਪੈਨਸ਼ਨ ਦੇ ਲਈ ਵੀ, ਉਹ ਪ੍ਰਮੋਸ਼ਨ ਦੇ ਲਈ ਵੀ, ਉਹ ਬਾਕੀ ਚੀਜ਼ਾਂ ਦੇ ਲਈ ਵੀ, ਇੰਕਰੀਮੈਂਟ ਦੇ ਲਈ ਵੀ, ਉਹ ਸਾਰੀ ਥਾਂ ਤੇ ਉਹ ਕੁਐਸਚਨ ਮਾਰਕ ਬਰਕਰਾਰ ਰਹੇਗਾ। ਬਿਲਕੁਲ, ਤਾਂ ਇਹ ਵੱਡਾ ਸਵਾਲ ਇਸ ਵੇਲੇ ਬਣਿਆ ਹੋਇਆ ਕਿ 2 ਵਜੇ ਕੀ ਅਧਿਕਾਰੀ ਜੁਆਇਨ ਕਰਨਗੇ ਜਾਂ ਨਹੀਂ। ਸਾਡੇ ਸਹਿਯੋਗੀ ਜਿਵੇਂ ਜਾਣਕਾਰੀ ਦੇ ਰਹੇ ਨੇ ਸੋਰਸਸ ਤੋਂ ਕਿ ਅਜਿਹਾ ਸ਼ਾਇਦ ਨਾ ਹੋਵੇ। ਵੱਡੀ ਖਬਰ ਹੈ ਸੋਰਸਸ ਦੇ ਹਵਾਲੇ ਤੋਂ ਕਿ ਪੀਸੀਐਸ ਅਧਿਕਾਰੀ ਕਰੜਾ ਰੁਖ ਅਪਣਾ ਰਹੇ ਨੇ, ਕੰਮ ਤੇ ਨਹੀਂ ਪਰਤਣਗੇ ਅਧਿਕਾਰੀ, ਫਿਲਹਾਲ 2 ਵਜੇ ਤਾਂ ਨਹੀਂ ਪਰਤਣਗੇ। ਇਸ ਨੂੰ ਲੈ ਕੇ ਕਿਤੇ ਨਾ ਕਿਤੇ ਸਵਾਲ ਅਜੇ ਵੀ ਬਣਿਆ ਹੋਇਆ। ਮੇਰੇ ਸਹਿਯੋਗੀ ਗੌਰਵ ਸ਼ੁਕਲਾ ਇਸ ਵੇਲੇ ਲਾਈਵ ਜੁੜੇ ਹੋਏ ਨੇ। ਗੌਰਵ, ਕੀ ਕੁਝ ਹੋਰ ਜਾਣਕਾਰੀ ਤੁਹਾਡੇ ਕੋਲ ਪੀਸੀਐਸ ਅਫਸਰਾਂ ਦੀ? ਇਸ ਵੇਲੇ ਸੀਐਮਓ ਦੇ ਵਿੱਚ ਮੀਟਿੰਗ ਵੀ ਜਾਰੀ ਹੈ, ਅਜਿਹੇ ਦੇ ਵਿੱਚ ਕੀ ਕੋਈ ਹੋਰ ਰਸਤਾ ਸਰਕਾਰ ਕੱਢਦੀ ਹੈ? ਕਿਉਂਕਿ ਜਿਵੇਂ ਤੁਸੀਂ ਪਹਿਲਾਂ ਜਾਣਕਾਰੀ ਦੇ ਰਹੇ ਸੀ ਕਿ ਹੋ ਸਕਦਾ ਹੈ ਕਿ 2 ਵਜੇ ਅਧਿਕਾਰੀ ਜਿਹੜੇ ਨੇ ਉਹ ਜੁਆਇਨ ਨਾ ਕਰਨ। 49 ਮਿੰਟ 37 ਸੈਕਿੰਡ ਇਸ ਵੇਲੇ ਬਾਕੀ ਨੇ 2 ਵਜਣ ਦੇ ਵਿੱਚ। ਬਿਲਕੁਲ ਅਰਸ਼, ਕੁਝ ਹੋਰ ਪੀਸੀਐਸ ਅਧਿਕਾਰੀਆਂ ਨਾਲ ਵੀ ਗੱਲ ਹੋਈ ਹੈ, ਕਈਆਂ ਦੇ ਕੋਲ ਮੈਸੇਜ ਨਹੀਂ ਹੈ ਜਾਂ ਫਿਰ ਪੁਰਾਣੇ ਵਾਲਾ ਮੈਸੇਜ ਹੀ ਸਟੈਂਡ ਕਰ ਰਿਹਾ ਕਿ ਤੁਸੀਂ ਮਾਸ ਲੀਵ ਦੇ ਉੱਤੇ ਰਹੋਗੇ, ਔਰ ਦੂਜੇ ਪਾਸੇ ਜਿਨ੍ਹਾਂ ਨਾਲ ਪਹਿਲਾਂ ਗੱਲ ਹੋਈ ਸੀ ਉਹਨਾਂ ਦੇ ਕੋਲ ਮੈਸੇਜ, ਕਿਉਂਕਿ ਦੇਖੋ 253 ਨੇ ਤਾਂ ਹਰ ਕਿਸੇ ਦੇ ਕੋਲ ਮੈਸੇਜ ਪਹੁੰਚ ਜਾਏਗਾ, ਹਰ ਕਿਸੇ ਨੂੰ ਕਨਵੇ ਹੋ ਜਾਏਗਾ, ਤਾਂ ਉਹ ਸ਼ਾਇਦ ਪੋਸਿਬਿਲਿਟੀ ਉਸ ਚੀਜ਼ ਦੀ ਘੱਟ ਹੋਵੇ। ਔਰ ਜਿਹੜੇ ਪੀਸੀਐਸ ਅਧਿਕਾਰੀਆਂ ਦੇ ਨਾਲ ਸਾਡੀ ਹੁਣ ਵੀ ਗੱਲ ਹੋਈ ਹੈ ਤੇ ਉਹੀ ਕਹਿ ਰਹੇ ਨੇ ਕਿ ਉਹ ਲਗਾਤਾਰ WhatsApp ਗਰੁੱਪ ਜਿਹੜੇ ਅਪਡੇਟ ਹੋ ਰਹੇ ਨੇ, ਕਿਉਂਕਿ ਪੀਸੀਐਸ ਅਧਿਕਾਰੀਆਂ ਦੇ ਵੀ WhatsApp ਗਰੁੱਪ ਬਣੇ ਹੁੰਦੇ ਨੇ, ਤਾਂ ਉਹ ਜਿਹੜੇ ਅਪਡੇਟ ਹੋ ਰਹੇ ਨੇ ਉਹੀ ਇਸ ਸਮੇਂ ਉਹਨਾਂ ਨੂੰ ਫੋਲੋ ਕਰ ਰਹੇ ਨੇ। ਇਨਫੈਕਟ ਇਹ ਵੀ ਹੈ ਜਾਣਕਾਰੀ ਸਾਡੇ ਕੋਲ ਕਿ ਜਿਹੜੇ ਪੀਸੀਐਸ ਆਫੀਸਰਸ ਨੇ ਅਲੱਗ-ਅਲੱਗ ਥਾਵਾਂ ਦੇ ਉੱਤੇ ਆਪਣੇ ਆਫਿਸਿਸ ਦੇ ਸਰਾਊਂਡਿੰਗਸ ਨੇ, ਯਾਨੀ ਕਿ ਜੇਕਰ ਇੱਕ ਕਾਲ ਆਉਂਦੀ ਹੈ ਚੰਡੀਗੜ੍ਹ ਤੋਂ ਮੀਟਿੰਗ ਦੇ ਵਿੱਚੋਂ ਕਿ ਤੁਸੀਂ ਜਾ ਕੇ ਜੁਆਇਨ ਕਰ ਲਓ ਤਾਂ ਅਗਲੇ 10 ਮਿੰਟ ਦੇ ਵਿੱਚ ਉਹ ਜੁਆਇਨ ਕਰ ਸਕਦੇ ਨੇ। ਇੰਨੀ ਨੀਅਰ ਬਾਈ ਆਪਣੇ ਆਫਿਸਿਸ ਦੇ ਉਹ ਹੈਗੇ ਨੇ, ਕਿਉਂਕਿ ਕੋਈ ਧਰਨਾ ਪ੍ਰਦਰਸ਼ਨ ਨਹੀਂ ਹੋ ਰਿਹਾ ਕਿ ਕਿਸੇ ਇੱਕ ਥਾਂ ਦੇ ਉੱਤੇ ਇਕੱਠੇ ਹੋ ਕੇ ਕੋਈ ਪ੍ਰੋਟੈਸਟ ਕਰ ਰਹੇ ਹੁਣ ਪੀਸੀਐਸ ਆਫੀਸਰਸ, ਉਹ ਨਹੀਂ ਹੈ। ਇੱਕ ਸਟ੍ਰਾਈਕ ਹੈ ਮਾਸ ਲੀਵ ਦੇ ਜ਼ਰੀਏ ਕਿ ਛੁੱਟੀ ਦੇ ਉੱਪਰ ਜਾ ਰਹੇ ਹਾਂ ਔਰ ਮਾਸ ਲੀਵ ਤੁਸੀਂ ਲੈ ਲਈ, ਕੰਮ ਇਸ ਦੇ ਨਾਲ ਪ੍ਰਭਾਵਿਤ ਹੋ ਰਹੇ ਨੇ। ਤਾਂ ਸਰਾਊਂਡਿੰਗ ਤੁਸੀਂ ਕਹਿ ਸਕਦੇ ਹੋ ਆਪਣੇ ਦਫ਼ਤਰਾਂ ਦੇ ਨੇੜੇ ਪੀਸੀਐਸ ਅਧਿਕਾਰੀ ਜ਼ਰੂਰ ਹੈਗੇ ਨੇ ਕਿ ਜੇਕਰ ਚੰਡੀਗੜ੍ਹ ਦੇ ਵਿੱਚ ਮੀਟਿੰਗ 'ਚ ਗੱਲਬਾਤ ਕੋਈ ਬਣਦੀ ਹੈ ਜਾਂ ਫਿਰ ਕਿਹਾ ਜਾਂਦਾ ਕਿ ਠੀਕ ਹੈ ਤੁਸੀਂ ਜਾ ਕੇ ਜੁਆਇਨ ਕਰ ਲਓ, ਤਾਂ ਉਹ ਨਾਲ ਦੀ ਨਾਲ ਜਾ ਕੇ ਜੁਆਇਨ ਕਰ ਲੈਣ। ਜੋ ਮੈਂ ਕਿਹਾ ਕਿ ਕਰੀਬ 10-15 ਮਿੰਟ ਦੇ ਵਿੱਚ। ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ ਖੰਨਾ ਤਹਿਸੀਲ ਦਫ਼ਤਰ ਦੇ ਵਿੱਚ, ਕਿਉਂਕਿ ਇੱਥੇ ਮਾਹੌਲ ਕੀ ਹੈ ਉਹ ਦੇਖਣਾ ਔਰ ਦਿਖਾਉਣਾ ਉਹ ਵੀ ਲਾਜ਼ਮੀ ਤੌਰ ਤੇ ਜ਼ਰੂਰੀ ਹੈ। ਆਮ ਤੌਰ ਤੇ ਜੇ ਇਸ ਸਮੇਂ ਮੈਂ ਦੇਖਾਂ 1:10 ਹੋਏ ਨੇ ਔਰ 1:10 ਤੇ ਜੇ ਮੈਂ ਆਮ ਦਿਨਾਂ ਦੀ ਗੱਲ ਕਰਾਂ ਤਾਂ ਉਸ ਸਮੇਂ ਜ਼ਰੂਰ ਇੱਥੇ ਹਲਚਲ ਹੁੰਦੀ ਹੈ, ਪੂਰਾ ਭਰਿਆ ਹੁੰਦਾ ਆਮ ਤੌਰ ਤੇ। ਕਿਸੇ ਵੀ ਤਹਿਸੀਲ ਦਫ਼ਤਰ 'ਚ ਚਲੇ ਜਾਓ, ਜੇ ਖੰਨੇ ਵਰਗੇ ਸ਼ਹਿਰ ਦੇ ਵਿੱਚ ਹੈ, ਬਹੁਤ ਵੱਡਾ ਸ਼ਹਿਰ ਹੈ, ਬਹੁਤ ਸਾਰੇ ਪਿੰਡ ਲੱਗਦੇ ਨੇ, ਇਸ ਕਰਕੇ ਉੱਥੇ ਤਾਂ ਆਪਣੇ ਆਪ ਬਹੁਤ ਭੀੜ ਹੁੰਦੀ ਹੈ। ਕੁਝ ਤਸਵੀਰਾਂ ਤੁਹਾਨੂੰ ਦਿਖਾਣਾ ਜਿੱਥੇ ਰਜਿਸਟਰੀਆਂ ਹੁੰਦੀਆਂ ਨੇ, ਜਿਹੜੇ ਤਹਿਸੀਲਦਾਰ ਦਾ ਆਫਿਸ ਹੈ, ਉੱਥੇ ਇਸ ਸਮੇਂ ਕੀ ਕੁਝ ਮਾਹੌਲ ਹੈ ਉਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਬਿਲਕੁਲ ਸੁਨਸਾਨ ਹੈ, ਜਿਵੇਂ ਸੰਡੇ ਹੋਵੇ ਇਸ ਤਰੀਕੇ ਨਾਲ ਲੱਗ ਰਿਹਾ ਹੈ। ਹਾਲਾਂਕਿ ਦਫ਼ਤਰ ਦੇ ਵਿੱਚ ਕੁਝ ਜਿਹੜੇ EMPLOYEES ਨੇ, ਕਿਉਂਕਿ ਪੀਸੀਐਸ ਅਧਿਕਾਰੀ ਹੜਤਾਲ ਦੇ ਉੱਤੇ ਨੇ, ਬਾਕੀ ਜਿਹੜੇ ਕਲੈਰੀਕਲ ਸਟਾਫ ਹੈ ਜਾਂ ਹੋਰ ਜਿਹੜਾ ਸਟਾਫ ਹੈ ਉਹ ਉੱਥੇ ਜ਼ਰੂਰ ਨਜ਼ਰ ਆ ਰਿਹਾ ਹੈ। ਤਾਂ ਅਸੀਂ ਉਸ ਦਫ਼ਤਰ ਦੇ ਵਿੱਚ ਪਹੁੰਚੇ ਹਾਂ, ਖੰਨਾ ਦੇ ਤਹਿਸੀਲ ਦਫ਼ਤਰ ਦੇ ਵਿੱਚ ਸન્ਨਾਟਾ ਪਸਰਿਆ ਹੋਇਆ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ। ਇੱਕਾ ਦੁੱਕਾ ਲੋਕ ਇੱਥੇ ਨਜ਼ਰ ਆਉਂਦੇ ਨੇ ਜਿਹੜੇ ਸਟਾਫ ਤੋਂ ਕੰਮ ਕਰਵਾ ਸਕਦੇ ਨੇ। ਸਟਾਫ ਤੁਹਾਨੂੰ ਇੱਥੇ ਬੈਠਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਹੋਏਗਾ, ਪਰ ਜਿਹੜੇ ਅਧਿਕਾਰੀ ਜਿਨ੍ਹਾਂ ਦੇ ਸਾਈਨ ਦੇ ਨਾਲ ਕੰਮ ਹੁੰਦਾ ਉਹ ਇੱਥੇ ਨਜ਼ਰ ਨਹੀਂ ਆ ਰਹੇ। ਮੈਂ ਦੁਬਾਰਾ ਰਿਪੀਟ ਕਰ ਰਿਹਾ ਕਿ ਜੋ ਸਾਡੇ ਕੋਲ 2-3 ਇਨਫੋਰਮੇਸ਼ਨ ਆਈਆਂ
ਪਹਿਲੀ ਇਨਫੋਰਮੇਸ਼ਨ ਜੋ ਮੈਂ ਪਿਛਲੇ ਜਦੋਂ ਗੱਲਬਾਤ ਹੋ ਰਹੀ ਸੀ ਉਦੋਂ ਦਿੱਤੀ ਸੀ ਕਿ 2 ਵਜੇ ਪੀਸੀਐਸ ਅਧਿਕਾਰੀ ਜੁਆਇਨ ਨਹੀਂ ਕਰਨਗੇ। ਦੂਜੀ ਵੱਡੀ ਖਬਰ ਹੈ ਕਿ ਜਿਹੜੇ ਪ੍ਰੋਬੇਸ਼ਨ ਆਫੀਸਰਸ ਨੇ ਉਹ ਜੁਆਇਨ ਕਰਨਗੇ। ਤੀਜੀ ਵੱਡੀ ਖਬਰ ਹੈ ਕਿ ਬਹੁਤ ਸਾਰੇ ਪੀਸੀਐਸ ਅਧਿਕਾਰੀਆਂ ਦੇ ਕੋਲ ਇਸ ਸਮੇਂ WhatsApp ਦੇ ਜ਼ਰੀਏ ਮੈਸੇਜ ਆ ਰਹੇ ਨੇ, ਉਹੀ ਉਸ ਦੇ ਜ਼ਰੀਏ ਹੀ ਅੱਗੇ ਚੀਜ਼ਾਂ ਕਨਵੇ ਹੋ ਰਹੀਆਂ ਨੇ। ਉਹਨਾਂ ਦੇ ਲਗਾਤਾਰ ਤੁਸੀਂ ਕਹਿ ਸਕਦੇ ਹੋ ਕਿ ਨਜ਼ਰ ਬਣਾਏ ਹੋਏ ਨੇ ਜਾਂ ਫੋਲੋ ਕਰ ਰਹੇ ਨੇ, ਤਾਂ ਉਹ ਵੀ ਇੱਕ ਪੁਆਇੰਟ ਹੈਗਾ ਹੈ। ਤੇ ਜੋ ਅਰਸ਼ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਜਿਹੜੇ ਅਧਿਕਾਰੀ ਵੀ ਹੈਗੇ ਨੇ ਉਹ ਦਫ਼ਤਰਾਂ ਦੇ ਨੇੜੇ ਹੀ ਨੇ, ਕਿ ਜੇਕਰ ਚੰਡੀਗੜ੍ਹ ਵਾਲੀ ਮੀਟਿੰਗ ਦੇ ਵਿੱਚ ਗੱਲ ਬਣਦੀ ਹੈ ਤਾਂ ਅਗਲੇ 10 ਮਿੰਟ 15 ਮਿੰਟ 20 ਮਿੰਟ ਦੇ ਵਿੱਚ ਵੀ ਉਹ ਜੁਆਇਨ ਕਰ ਸਕਦੇ ਨੇ। ਪਰ ਜੋ ਸਾਡੇ ਕੋਲ ਇਨਫੋਰਮੇਸ਼ਨ ਹੈ 2 ਵਜੇ ਤੱਕ ਪੀਸੀਐਸ ਅਧਿਕਾਰੀ ਜੁਆਇਨ ਨਹੀਂ ਕਰਨਗੇ। ਉਹਨੂੰ 3 ਵਜੇ ਕਰਦੇ ਨੇ, 4 ਵਜੇ ਕਰਦੇ ਨੇ ਜਾਂ ਨਹੀਂ ਕਰਦੇ ਨੇ, ਜਾਂ ਮਾਸ ਲੀਵ ਇਸ ਤਰੀਕੇ ਨਾਲ ਅਗਲੇ 3 ਦਿਨ ਹੋਰ ਚੱਲਦੀ ਰਹਿੰਦੀ ਹੈ, ਉਸ ਦੇ ਉੱਤੇ ਨਜ਼ਰ ਰਹੇਗੀ। ਅਰਸ਼ ਗੌਰਵ, ਜੋ ਆਸ-ਪਾਸ ਤੁਹਾਡੇ ਲੋਕ ਨਜ਼ਰ ਆ ਰਹੇ ਨੇ, ਕੀ ਇਹ ਦਫ਼ਤਰ ਦੇ ਕਰਮਚਾਰੀ ਨੇ ਜਾਂ ਫਿਰ ਆਮ ਲੋਕ ਇਸ ਉਮੀਦ ਦੇ ਵਿੱਚ ਆਏ ਨੇ ਕਿ ਸ਼ਾਇਦ 2 ਵਜੇ ਅਧਿਕਾਰੀ ਪਹੁੰਚ ਜਾਣਗੇ ਤੇ ਸਾਡੇ ਜਿਹੜੇ ਕੰਮ ਨੇ ਉਹ ਹੋਣੇ ਸ਼ੁਰੂ ਹੋ ਜਾਣਗੇ? ਅਗਰ ਗੱਲਬਾਤ ਕਰ ਸਕੋ। ਬਿਲਕੁਲ, ਦੇਖੋ ਬਹੁਤ ਘੱਟ ਲੋਕ ਇੱਥੇ ਪਹੁੰਚੇ ਹੋਏ ਨੇ, ਸ਼ਾਇਦ ਜਿਨ੍ਹਾਂ ਨੂੰ ਬਹੁਤ ਹੀ ਜ਼ਰੂਰੀ ਹੋਵੇ ਉਹ ਪਹੁੰਚੇ ਹੋਣ। ਆਮ ਤੌਰ ਤੇ ਇਸ ਦਫ਼ਤਰ ਦੇ ਵਿੱਚ ਬਹੁਤ ਭੀੜ ਹੁੰਦੀ ਹੈ। ਮੈਂ ਇੱਥੇ ਪਹਿਲਾਂ ਵੀ 1-2 ਵਾਰ ਵਿਜ਼ਿਟ ਕਰ ਚੁੱਕੇ ਹਾਂ, ਔਰ ਕਿਸੇ ਵੀ ਦਫ਼ਤਰ ਦੇ ਵਿੱਚ, ਤਹਿਸੀਲ ਦਫ਼ਤਰ ਦੇ ਵਿੱਚ ਚਲੇ ਜਾਓ, ਬਹੁਤ ਭੀੜ ਹੁੰਦੀ ਹੈ। ਰਜਿਸਟਰੀ ਕਰਵਾਉਣ ਵਾਲਿਆਂ ਦੀ ਲਾਈਨਾਂ ਲੱਗੀਆਂ ਹੁੰਦੀਆਂ ਨੇ, ਜਾਂ ਜਿਹੜੇ ਵੀ ਪੀਸੀਐਸ ਅਧਿਕਾਰੀ ਦੇ ਨਾਲ ਕੰਮ ਹੁੰਦਾ ਤਾਂ ਉੱਥੇ ਲਾਈਨਾਂ ਲੱਗੀਆਂ ਹੁੰਦੀਆਂ ਨੇ। ਅੱਜ ਉਸ ਤਰੀਕੇ ਨਾਲ ਨਜ਼ਰ ਨਹੀਂ ਆ ਰਿਹਾ, ਇੱਕਾ ਦੁੱਕਾ ਲੋਕ ਨਜ਼ਰ ਆ ਰਹੇ ਨੇ। ਤੁਸੀਂ ਕਿੱਥੋਂ ਆਏ ਹੋਏ ਹੋ? ਲਲੇੜੀ। ਤੇ ਕੋਈ ਕੰਮ ਸੀਗਾ ਅੱਜ? ਤਹਿਸੀਲਦਾਰ ਸਾਹਿਬ ਦੇ ਮਾਰ ਕਰਾਉਣੀ ਐਪਲੀਕੇਸ਼ਨ। ਅੱਛਾ ਜੀ। ਤੇ ਉਹ ਅੱਜ ਹੀ ਆਏ ਹੋ ਕਿ ਕੱਲ ਪਰਸੋਂ ਵੀ ਆਏ ਸੀ? ਮੈਂ ਅੱਜ ਹੀ ਆਇਆ। ਅੱਛਾ, ਫਿਰ ਤੁਹਾਨੂੰ ਪਤਾ ਕਿ ਸਟ੍ਰਾਈਕ ਹੋ ਰੱਖੀ ਹੈ ਤਾਂ ਉਹ ਛੁੱਟੀ ਪਰ ਉਹ ਨਹੀਂ ਮਿਲਣਗੇ ਤੁਹਾਨੂੰ? ਇੱਥੇ ਆ ਕੇ ਪਤਾ ਲੱਗਿਆ। ਅੱਛਾ, ਇੱਥੇ ਆ ਕੇ ਪਤਾ ਲੱਗਿਆ ਤੇ ਲੱਗ ਰਿਹਾ ਕਿ ਫਿਰ ਦੁਬਾਰਾ ਹੀ ਆਣਾ ਪਊਗਾ? ਹਾਂਜੀ ਹਾਂ, ਠੀਕ ਹੈ। ਤੇ ਇਹ ਵੀ ਚੀਜ਼ ਹੈਗੀ ਕਿ ਪੀਸੀਐਸ ਅਧਿਕਾਰੀਆਂ ਦੀ ਜਿਹੜੀ ਸਟ੍ਰਾਈਕ ਹੈ ਉਸ ਦੇ ਬਾਰੇ ਕਿੰਨਾ ਕੁ ਕਨਵੇ ਹੋ ਪਾਇਆ ਜਾਂ ਕਿੰਨਾ ਪਤਾ ਲੱਗ ਪਾਇਆ, ਨਹੀਂ ਪਤਾ ਲੱਗਦਾ। ਕਈ ਵਾਰੀ ਤਾਂ ਲੋਕ ਦਫ਼ਤਰ ਪਹੁੰਚ ਜਾਂਦੇ ਨੇ, ਹਾਲਾਂਕਿ ਉਸ ਦਾ ਅਸਰ ਜ਼ਰੂਰ ਹੈ ਕਿ ਮੀਡੀਆ ਦੇ ਵਿੱਚ ਖਬਰਾਂ ਆਉਂਦੀਆਂ ਨੇ ਲਗਾਤਾਰ ਪੀਸੀਐਸ। ਗੌਰਵ ਇੱਕ ਮਿੰਟ ਲਈ ਤੁਹਾਨੂੰ ਰੋਕਣਾ ਚਾਹਾਂਗਾ। ਇਸ ਵੇਲੇ ਪੰਕਜ ਕਬਾਹੀ ਦਾ ਰੁਖ ਅਸੀਂ ਕਰਦੇ ਹਾਂ। ਪੰਕਜ ਉਸ ਥਾਂ ਤੇ ਮੌਜੂਦ ਨੇ ਜਿੱਥੇ ਮੀਟਿੰਗ ਚੱਲ ਰਹੀ ਸੀਗੀ ਪੀਸੀਐਸ ਅਧਿਕਾਰੀਆਂ ਦੀ। ਪੰਕਜ, ਓਵਰ ਟੂ ਯੂ। ਇਸ ਵੇਲੇ ਕੀ ਅਪਡੇਟ ਹੈ?